ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟਿ ਸਾਹਿਬ ਵੈਲਕਮ ਜੀ, ਆਇਆਂ ਨੂੰ ਸਵਾਗਤ, ਸਤਿ ਸ੍ਰੀ ਅਕਾਲ ਜੀ। ਮੇਰੇ ਸਾਰੇ ਸਰੋਤਿਆਂ ਤੇ ਆਪ ਜੀ ਨੂੰ ਸਤਿ ਸ੍ਰੀ ਅਕਾਲ ਜੀ। ਸਰਕਾਰ ਸਾਡੇ ਨਾਲ ਗੱਲ ਕਰੇ, ਨਹੀਂ ਤਾਂ ਨਹੀਂ ਜਾਵਾਂਗੇ ਘਰਾਂ ਨੂੰ। ਬਿਲਕੁਲ ਜੀ, ਬਿਲਕੁਲ। ਟਕੈਤ ਸਾਹਿਬ ਫੇਰ ਗਰਜੇ ਨੇ, ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਸਰਕਾਰ ਦੀ ਗੱਲ ਹੈ ਜੀ, ਸਰਕਾਰ ਨੂੰ ਇਹ ਪਹਿਲਾਂ ਚਾਹੀਦਾ ਸੀ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਤੇ ਫਿਰ ਅਨਾਉਂਸ ਕਰ। ਲੇਕਿਨ ਮੋਦੀ ਸਾਹਿਬ ਆਪਣੀ ਤਬੀਅਤ ਦੇ ਬੰਦੇ ਨੇ, ਉਹਨਾਂ ਨੇ ਕਦੀ ਵੀ ਇਹ ਨਹੀਂ ਸੋਚਿਆ ਕਿ ਮੈਂ ਐਡਜੈਕਟਿਵ ਤੇ ਗੱਲ ਕਰ ਲਾਂ, ਮੈਂ ਕੈਬਨਿਟ ਤੇ ਗੱਲ ਕਰ ਲਾਂ, ਮੈਂ ਕਿਸਾਨਾਂ ਨਾਲ ਗੱਲ ਕਰ। ਕਿੰਨਾ ਚੰਗਾ ਹੁੰਦਾ ਜੇ ਮੋਦੀ ਸਾਹਿਬ ਆਪ ਉੱਥੇ ਸਿੰਘੂ ਮੋਰਚੇ ਤੇ ਜਾ ਕੇ ਬਕਾਇਦਾ ਤੌਰ ਤੇ ਕਿਸਾਨਾਂ ਨੂੰ ਵਧਾਈ ਵੀ ਦਿੰਦੇ ਤੇ ਉਹਨਾਂ ਦੇ ਜਿਹੜੇ ਸੰਘਰਸ਼ ਦੀ ਸ਼ਲਾਘਾ ਵੀ ਕਰਦੇ ਤੇ ਜਾ ਕੇ ਉੱਥੇ ਅਨਾਉਂਸ ਕਰ। ਇੱਕ ਉਹਨਾਂ ਨੇ ਜਿਹੜਾ ਅਨਾਉਂਸਮੈਂਟ ਕੀਤੀ ਉਹਦੇ ਵਿੱਚ ਉਹਨੇ ਕਿਹਾ ਸੀ ਨਿਰਣਾ ਲਿਆ ਵਾ, ਇਹ ਕਾਨੂੰਨ ਵਾਪਸ ਲੈਣ ਦਾ ਸੀ ਨਿਰਣਾ ਲਿਆ ਤੇ ਕੁਝ ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕੇ। ਸ਼ਾਇਦ ਸਾਡੀ ਤਪੱਸਿਆ 'ਚ ਕੋਈ ਕਮੀ ਸੀ। ਮਤਲਬ ਇਹ ਸ਼ਬਦ ਜਿਹੜੇ ਵੀ ਅਜੇ ਵੀ ਉਹਨਾਂ ਦੇ ਵਿੱਚ ਉਹੀ ਹੈਂਕੜਬਾਜ਼ੀ ਵੀ ਵੇਖੋ ਜੀ, ਕੁਝ ਕਿਸਾਨ ਇਹ ਨਹੀਂ ਕਿਹਾ ਜਿਹੜੇ ਸਾਡੇ ਬਕਾਇਦਾ ਤੌਰ ਤੇ ਮੋਰਚੇ ਲਾ ਕੇ ਬੈਠੇ ਕਿਸਾਨਾਂ ਨੂੰ, ਕੁਝ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਇਹਨਾਂ ਗੱਲਾਂ ਦੇ ਵਿੱਚ ਵੀ ਤੰਜ਼ ਆ ਜਿੰਨੀਆਂ ਵੀ ਗੱਲਾਂ ਕੀਤੀਆਂ ਉਹਨਾਂ ਨੇ। ਲੇਕਿਨ ਫਿਰ ਵੀ ਅਸੀਂ ਕਹਾਂਗੇ ਦੇਰ ਆਏ ਦਰੁਸਤ ਆਏ। ਜਿਸ ਤਰੀਕੇ ਨਾਲ ਪਹਿਲੀ ਵਾਰੀ ਤੁਹਾਨੂੰ ਪਤਾ ਹੋਏਗਾ ਜਦੋਂ ਲਾਲੂ ਪ੍ਰਧਾਨ ਮੁੱਖ ਮੰਤਰੀ ਸੀ ਗੁਜਰਾਤ ਦੇ ਵਿੱਚ, ਉਹਨਾਂ ਨੇ ਇੱਕ ਵਾਰੀ ਅਡਵਾਨੀ ਦਾ ਰੱਥ ਰੋਕਿਆ ਸੀ। ਤੇ ਪਹਿਲੀ ਵਾਰੀ ਮੋਦੀ ਦਾ ਜਿਹੜਾ ਸਿਆਸੀ ਰੱਥ ਜੇ ਰੋਕਿਆ ਤੇ ਕਿਸਾਨਾਂ ਨੇ ਰੋਕਿਆ, ਔਰ ਕਿਸੇ ਨੇ ਰੋਕਿਆ। ਇਤਿਹਾਸ ਗਵਾਹ ਵਾ, ਜਿੱਥੇ ਵੀ ਕਿਸਾਨਾਂ ਨੇ ਮੋਰਚਾ ਲਾਇਆ ਉਹ ਆਪਣਾ ਨਫਾ ਨੁਕਸਾਨ ਘੱਟ ਹੀ ਸੋਚਦੇ ਹੁੰਦੇ, ਆਪਣੇ ਟੀਚੇ ਨੂੰ ਸਮਰਪਿਤ ਹੁੰਦੇ ਕਿ ਇਸੇ ਹਾਸਲ ਕੀ ਕਰਨਾ। ਇੱਕ ਦੁਕਾਨਦਾਰ ਇੱਕ ਦਿਨ ਘਾਟਾ ਪੈ ਜਾਏ, ਦੂਜੇ ਦਿਨ ਨੂੰ ਰਾਤ ਨੀਂਦ ਨਹੀਂ ਆਉਂਦੀ। ਕਿਸਾਨ ਵੇਖ ਲਓ, ਜੇ ਫਸਲ ਤਬਾਹ ਵੀ ਹੋ ਗਈ ਤਾਂ ਵੀ ਫਿਰ ਤੁਰ ਪਿੰਡੋਂ ਉੱਠ ਕੇ ਚਲੋ ਜਾਏ ਅਗਲੀ ਵਾਰੀ ਸਹੀ। ਜੋ ਡਿਪੈਂਡੈਂਟ ਹੀ ਰੱਬ ਤੇ, ਕੁਦਰਤ ਤੇ ਡਿਪੈਂਡੈਂਟ, ਮੌਸਮ ਤੇ ਡਿਪੈਂਡੈਂਟ। ਫਿਰ ਵੀ ਇੱਕ ਚੂਹੇ ਤੋਂ ਲੈ ਕੇ ਰਾਸ਼ਟਰਪਤੀ ਤੱਕ ਸਾਰੇ ਜਿਹੜੇ ਉਹ ਪਾਲਦਾ ਕਿਸਾਨ। ਕਿਸਾਨਾਂ ਨੂੰ ਇੰਨੀ ਗੱਲ ਕਹੀ ਵੀ ਭਾਈ ਸਾਡੀਆਂ ਮੰਗਾਂ ਤੁਸੀਂ ਕੱਲੀ ਐਸਪੀ ਦਾ ਜੋੜ ਕੇ ਨਾ ਵੇਖੋ ਵੀ ਇਹ ਸਿਰਫ ਇੱਥੇ ਸਾਡੀਆਂ ਗੱਲਾਂ ਖਤਮ ਹੋ ਗਈਆਂ ਨੇ। ਸਾਡੀਆਂ ਕੁਝ ਹੋਰ ਵੀ ਮੰਗਾਂ ਹੈਗੀਆਂ ਨੇ। ਸਭ ਤੋਂ ਵੱਡੀ ਗੱਲ ਤੇ MSP ਦੀ ਗੱਲ। MSP ਉਹ ਕਹਿੰਦੇ ਵੀ ਅੱਜ ਦੀ ਡੇਟ ਵਿੱਚ ਪੰਜਾਬ, ਹਰਿਆਣਾ ਤੇ ਵੈਸਟ ਯੂਪੀ 'ਚ ਲਾਗੂ ਆ, ਬਿਹਾਰ ਦੇ ਵਿੱਚ ਤੁਸੀਂ ਖਤਮ ਕਰਤੀ MSP, ਲੇਕਿਨ ਕਿਸਾਨ ਵਿਰੋਧ ਨਹੀਂ ਕਰ ਸਕੇ। ਜਿਹਦੀ ਬਦੌਲਤ ਉੱਥੇ 10-10 ਏਕੜ ਵਾਲੇ ਕਿਸਾਨ ਜਾ ਕੇ ਪੰਜਾਬ ਦੇ ਵਿੱਚ ਜਾਂ ਦਿੱਲੀ ਜਾ ਕੇ ਜਾਂ ਬੰਬੇ ਜਾ ਕੇ ਮਜ਼ਦੂਰੀ ਕਰਨ ਲਈ ਮਜਬੂਰ ਨੇ। ਹੁਣ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਹੈ ਕਿ MSP ਜਿਹੜੀ ਆ ਉਹ ਹਰ ਫਸਲ ਤੇ ਹੋਣੀ ਚਾਹੀਦੀ। 23 ਫਸਲਾਂ ਤੇ ਸਾਨੂੰ MSP ਦਿੰਦੀ ਹੈ ਸਰਕਾਰ, ਲੇਕਿਨ ਖਰੀਦੀ ਸਿਰਫ 2 ਵਾਰ ਝੋਨਾ ਤੇ ਕਣਕ। ਅੱਜ ਦੀ ਵੀ ਜੇ ਗੱਲ ਕਰ ਲਈਏ ਤੇ ਫਿਰ 6% ਦੀ ਜਿਹੜੀ ਅਨਾਜ ਉਹ ਸਰਕਾਰ ਖਰੀਦੀ ਹੈ, ਬਾਕੀ ਸਭ ਪ੍ਰਾਈਵੇਟ ਪਲੇਅਰ ਖਰੀਦਦੇ ਆ। MSP ਦੀ ਗਰੰਟੀ ਕਰਨ ਦੇ ਨਾਲ ਇਹ ਹੋਏਗੀ ਕੋਈ ਵੀ ਪ੍ਰਾਈਵੇਟ ਪਲੇਅਰ ਜਿਹੜਾ ਵਾ MSP ਤੋਂ ਘੱਟ ਖਰੀਦਣ ਦੀ ਕੋਈ ਹਿੰਮਤ ਨਹੀਂ ਜੁਟਾਏਗਾ। ਉਹਨੂੰ MSP ਤੇ ਖਰੀਦਣਾ ਹੀ ਪਵੇਗਾ। ਇਸ ਕਰਕੇ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਆ, ਜਿਹਦੇ ਕਰਕੇ ਉਹਨਾਂ ਨੇ ਇਹ ਕਹਿਤਾ ਕਿ ਸਾਡੇ ਨਾਲ ਕਿਸਾਨ ਜਿਹੜੀ ਸਰਕਾਰ ਗੱਲਬਾਤ ਕਰੇ। ਦੂਜਾ ਉਹਨਾਂ ਨੇ ਕਿਹਾ ਵੀ ਕਿਸਾਨਾਂ ਦੇ ਖਿਲਾਫ ਜਿਹੜੇ ਕੇਸ ਦਰਜ ਕੀਤੇ ਨੇ, 1000 ਦੇ ਕਰੀਬ ਜਿਹੜੀ ਦਿੱਲੀ ਪੁਲਿਸ ਨੇ ਕੇਸ ਦਰਜ ਕੀਤੇ ਕਿਸਾਨਾਂ ਦੇ ਖਿਲਾਫ। 4000 ਦੇ ਕਰੀਬ ਜਿਹੜੇ ਆ ਹਰਿਆਣਾ ਸਰਕਾਰ ਨੇ ਕੇਸ ਦਰਜ ਕੀਤੇ ਆ। ਇਹ ਸਾਰੇ ਕੇਸ ਜਿਹੜੇ ਉਹ ਰੱਦ ਕੀਤੇ ਜਾਣ। ਅਗਲੀ ਮੰਗ ਉਹਨਾਂ ਦੀ ਲਖੀਮਪੁਰ ਦੀ। ਉਹ ਕਹਿੰਦੇ ਲਖੀਮਪੁਰ ਦੇ ਵਿੱਚ ਜਿਹੜਾ ਵਾ ਉੱਥੋਂ ਦਾ ਮੰਤਰੀ, ਜਿਹੜਾ ਜ਼ਿੰਮੇਵਾਰ ਮੰਤਰੀ ਆ, ਕੇਂਦਰੀ ਗ੍ਰਹਿ ਮੰਤਰੀ ਜਿਹੜਾ ਹੈਗਾ ਸਾਡਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ, ਉਹਦੇ ਖਿਲਾਫ ਬਕਾਇਦਾ ਤੌਰ ਤੇ ਬਰਖਾਸਤ ਕਰਕੇ ਤੇ ਉਹਨੂੰ 120 ਚ ਗ੍ਰਿਫਤਾਰ ਕੀਤਾ ਜਾਵੇ। ਸਾਡੀ ਇਹ ਮੰਗ ਵੀ ਬੜੀ ਜ਼ਰੂਰੀ ਹੈ, ਇਹਦੇ ਵਿੱਚ ਚੱਲ ਕੀਤਾ ਜਾਵੇ। ਪਰਾਲੀ ਦੀ ਗੱਲ ਕੀਤੀ ਆ, ਫਿਰ ਬਿਜਲੀ ਦੀ ਗੱਲ ਕੀਤੀ ਆ।
ਇਹ ਜਿਹੜੇ ਤੁਸੀਂ ਸਾਡੇ ਪ੍ਰਵਾਨ ਕੀਤੇ ਹੋਏ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਲਾਗੂ ਕੀਤਾ ਜਾਵੇ। ਇਹ ਸਾਡੀ ਡਿਮਾਂਡ ਹੈਗੀਆਂ। ਸਾਡੇ ਨਾਲ ਬਹਿ ਕੇ ਗੱਲ ਕੀਤੀ ਜਾਵੇ ਤਾਂ ਕਿ ਆਪਸੀ ਸਾਹਮਣੇ ਬਹਿ ਕੇ ਆਪਾਂ ਗੱਲਬਾਤ ਕਰਕੇ ਸਾਰਾ ਨਿਪਟਾ ਸਕੀਏ। ਜੇ ਤੁਸੀਂ ਨਹੀਂ ਨਿਪਟਾਉਂਦੇ ਫਿਰ ਬੈਠੇ ਭਾਈ ਅਸੀਂ ਕੋਈ ਗੱਲ ਨਹੀਂ। ਵੈਸੇ ਜਿਹੜਾ ਵੱਡਾ ਮੁੱਦਾ ਸੀ ਕੱਲ ਮੀਟਿੰਗ ਹੋਈ 24 ਤਰੀਕ ਨੂੰ ਮੀਟਿੰਗ ਹੋਏਗੀ ਇਹਨਾਂ ਦੀ। ਆਪਾਂ ਪਹਿਲੇ ਦਿਨ ਕਿਹਾ ਸੀ, ਤੁਹਾਨੂੰ ਪਤਾ ਹੋਏਗਾ। ਇਹ ਪ੍ਰਕਿਰਿਆ ਇਹਨਾਂ ਨੂੰ ਉਹੀ ਅਡਾਪਟ ਕਰਨੀ ਪਏਗੀ। ਬਕਾਇਦਾ ਤੌਰ ਤੇ ਪਹਿਲਾਂ ਇਹਨਾਂ ਨੂੰ ਆਪਣੀ ਕੈਬਨਿਟ 'ਚ ਮਤਾ ਲਿਆਉਣਾ ਪਏਗਾ, ਉਹਨੂੰ ਪਾਸ ਕਰਨਾ ਪਏਗਾ ਕਿ ਅਸੀਂ ਇਹ ਕਾਨੂੰਨ ਰੱਦ ਕਰਦੇ ਹਾਂ। ਬਿਲਕੁਲ। ਮੁੜ ਕੇ ਉਹਨੂੰ ਲੋਕ ਸਭਾ 'ਚ ਲਿਆਉਣਾ ਪਊਗਾ, ਉੱਥੇ ਰੱਦ ਕਰਨ ਦੀ ਜਿਹੜੀ ਮਤਾ ਪਾਸ ਕਰਨਾ ਪਊ, ਫਿਰ ਰਾਜ ਸਭਾ 'ਚ ਖੜਨਾ ਪਊਗਾ ਤੇ ਫਿਰ ਉਦੋਂ ਬਾਅਦ ਰਾਸ਼ਟਰਪਤੀ ਦੀ ਮੋਹਰ ਲੱਗੇਗੀ ਉੱਤੇ ਬਕਾਇਦਾ ਤੌਰ ਤੇ ਵੀ ਇਹ ਕਾਨੂੰਨ ਰੱਦ ਕਰ ਦਿੱਤੇ ਗਏ। ਕਿਸਾਨ ਇਸ ਗੱਲ ਦੀ ਵੇਟ ਕਰ ਰਹੇ ਆ ਵੀ ਇਹ ਜਿਹੜੇ ਕਿਸਾਨ ਜਿਹੜੇ ਆ ਇਹ ਸਾਡੇ ਜਿਹੜੇ ਆ ਇਹ ਰੱਦ ਕੀਤੇ ਜਾਣ ਤੇ ਫਿਰ ਹੀ ਅਸੀਂ ਅਗਲੀ ਗੱਲ ਕਰੀਏ। ਹੁਣ ਉਹਨੇ ਆਪਾਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਦੀ ਗੱਲ ਕਰਦੇ ਆ। ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਜਿਹੜਾ ਦਿੱਤਾ ਉਹ 18 ਮਿੰਟ ਦਾ ਭਾਸ਼ਣ। 18 ਮਿੰਟਾਂ ਦੇ ਵਿੱਚ ਉਹਨਾਂ ਨੇ 14 ਤੋਂ 30 ਸ਼ਬਦ ਯੂਜ਼ ਕੀਤੇ ਨੇ, ਜਿਹਦੇ ਵਿੱਚੋਂ 1067 ਜਿਹੜੇ ਕਾਨੂੰਨ ਨੂੰ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਕੀਤੇ ਨੇ ਤੇ ਜਿਹੜੇ ਦੇਸ਼ ਸ਼ਬਦ ਆ ਉਹਦੇ ਲਈ ਉਹਨਾਂ 24 ਸ਼ਬਦ ਯੂਜ਼ ਕੀਤੇ ਆ ਤੇ ਸਰਕਾਰ ਸ਼ਬਦ ਲਈ 13 ਯੂਜ਼ ਕੀਤੇ ਆ ਤੇ ਕਾਨੂੰਨ ਲਈ 8 ਤੇ ਰਿਪੀਲ ਲਈ ਸਿਰਫ 2 ਸ਼ਬਦ, ਰਿਪੀਲ ਤੇ ਰੱਦ ਸਿਰਫ ਦੋ ਸ਼ਬਦ ਯੂਜ਼ ਕੀਤੇ ਆ। ਚਲੋ ਜੋ ਵੀ ਉਹਨਾਂ ਕੀਤਾ ਠੀਕ ਕੀਤਾ, ਲੇਕਿਨ ਫਿਰ ਵੀ ਅਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਪੀੜ ਨੂੰ ਸਮਝਿਆ, ਕਿਸਾਨਾਂ ਦੀ ਪੀੜ ਨੂੰ ਸਮਝਿਆ, ਉਹਨਾਂ ਦੀ ਨਬਜ਼ ਨੂੰ ਪਛਾਣਿਆ ਤੇ ਇਹ ਕਾਨੂੰਨ ਵਾਪਸ ਲਏ। ਲੇਕਿਨ ਇਹਦੇ ਨਾਲ ਗੱਲ ਮੁੱਕ ਨਹੀਂ ਜਾਂਦੀ। ਅੱਗੇ 100 ਦੇ ਕਰੀਬ ਮਹਾਨ ਸ਼ਖਸੀਅਤਾਂ ਜਿਹੜੀਆਂ ਵਿਦੇਸ਼ਾਂ ਤੋਂ ਆਈਆਂ ਸੀ ਇੰਡੀਆ ਦੇ ਵਿੱਚ, ਜਿਹੜੀਆਂ ਇਸ ਮੋਰਚੇ ਦੀ ਸਪੋਰਟ ਕਰ ਰਹੀਆਂ ਸੀ, ਉਹਨਾਂ ਨੂੰ ਵਾਪਸ ਭੇਜਿਆ। ਉਹ ਬਲੈਕ ਲਿਸਟ ਵੀ ਖਤਮ ਕਰਾਉਣੀ ਪਊਗੀ ਸਾਨੂੰ। ਬਿਲਕੁਲ ਇਹ ਲੀਗਲ ਅਸੀਂ ਭੱਜ ਰਹੀ ਹੈ ਅਸੀਂ। ਉਸ ਤੋਂ ਇਲਾਵਾ ਜਿਹੜੀ ਸਾਡੀ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਇੱਕ ਬੇਨਤੀ ਅਸੀਂ ਜ਼ਰੂਰ ਕਰਾਂਗੇ। ਅੱਜ ਜੋ 32 ਕਿਸਾਨ ਜਥੇਬੰਦੀਆਂ ਦਾ ਸਟੇਟਸ ਬਣ ਚੁੱਕਾ ਵਾ, ਸਟੇਟਸ ਨੂੰ ਉਹਨਾਂ ਦਾ ਹਮਲਾਵਰ ਦਾ ਬਣ ਚੁੱਕਾ ਵਾ। ਅੱਜ ਇਹ ਗੱਲ ਹੈ ਕਿ ਸੇਠੀ ਸੂਬੇ ਦੇ ਵਿੱਚ ਕੋਈ ਗੱਲਬਾਤ ਹੁੰਦੀ, ਕਿਸਾਨ ਮੋਰਚਾ ਲੜਨ ਤੇ ਸਰਕਾਰ ਨੂੰ ਇਹਦੀ ਗੱਲ ਸੁਣਨੀ ਪਊ। ਲੇਕਿਨ ਅਫਸੋਸ ਇਹਨਾਂ ਕਿਸਾਨ ਜਥੇਬੰਦੀਆਂ ਵਿੱਚ ਕਈ ਆਗੂ ਅੱਜ ਵੀ ਕੋਈ MLA, ਕੋਈ ਮੰਤਰੀ ਤੇ ਕੋਈ ਮੁੱਖ ਮੰਤਰੀ ਦੀ ਜਿਹੜੀ ਇੱਛਾ ਰੱਖਦੇ ਆ ਜੀ, ਰੱਖਦੇ, ਕੋਈ ਦੋ ਰਾਵਾ ਨਹੀਂ। ਜੇ ਏਦਾਂ ਇਹ ਪਾਟ ਕੇ ਏਦਾਂ ਗੱਲ ਹੋਗੀ ਤੇ ਫਿਰ ਮੁੜ ਕੇ ਮੋਰਚਾ ਲੱਗਣਾ ਔਖਾ ਹੋ ਜਾਏਗਾ ਇਹਨਾਂ ਵਾਸਤੇ। ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਘੱਟੋ ਘੱਟ ਆ ਕੇ ਤੁਸੀਂ ਆਪਣੀ ਹੋਂਦ ਬਰਕਰਾਰ ਰੱਖੋ। ਜਿਹੜਾ ਕੰਮ ਕਰ ਰਹੇ ਹੋ। ਉਗਰਾਹਾਂ ਨੇ ਕਹਿਤਾ ਅਸੀਂ ਚੋਣ ਨਹੀਂ ਲੜਨੀ, ਬਕਾਇਦਾ ਤੌਰ ਤੇ ਕਿਸਾਨ ਸੰਘਰਸ਼ ਕਮੇਟੀ ਨੇ ਕਹਿਤਾ ਅਸੀਂ ਕੋਈ ਚੋਣ ਨਹੀਂ ਲੜਨੀ, ਸਾਡਾ ਜਿਹੜਾ ਕੰਮ ਅਸੀਂ ਕਰ ਰਹੇ ਲੋਕ ਸੇਵਾ ਦਾ ਉਹ ਕਰਦੇ ਰਵਾਂਗੇ। ਰਾਜੇਵਾਲ ਨੇ ਕਹਿਤਾ ਕੋਈ ਚੋਣ ਨਹੀਂ ਲੜਨੀ। ਆਉਣ ਵਾਲੇ ਸਮੇਂ ਤੁਹਾਨੂੰ ਕੀ ਪਤਾ ਲੱਗਦਾ ਵਾ, ਸ਼ੰਭੂ ਬਾਰਡਰ ਤੱਕ ਆਉਂਦੇ ਖਿੰਦਰ ਪੁੰਦਰ ਜਾਂਦੇ ਕਿ ਦਰਬਾਰ ਸਾਹਿਬ ਕਿੱਥੇ ਮੱਥਾ ਟੇਕਦੇ ਇਸੇ ਪਤਾ ਨਹੀਂ। ਸੁਚੇਤ ਬੰਦਿਆਂ ਦੇ ਫੋਨ ਜਦੋਂ ਆਉਂਦੇ ਨੇ ਤਾਂ ਤੁਹਾਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ। ਇੱਕ ਵੀਡੀਓ ਦੇ ਵਿੱਚ ਜਦੋਂ ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਸਾਹਿਬ ਨੇ ਸਾਰਾ ਕੁਝ ਕਿਹਾ ਤੇ ਉਹਦੇ ਵਿੱਚ ਇੱਕ ਸ਼ਬਦ ਬੋਲਿਆ। ਸ਼ਬਦ ਵੈਸੇ ਕਈ ਜਥੇਬੰਦੀਆਂ ਉਹਨੂੰ ਸ਼ਬਦ ਨੂੰ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੀ ਲਿਖਤ ਮੰਨਦੇ ਨੇ, ਕਈ ਨਹੀਂ। ਬੜੇ ਵਾਦ ਵਿਵਾਦ ਨੇ। ਦੇਹ ਸ਼ਿਵਾ ਬਰਮੋਹਿ ਇਹ ਸ਼ੁਭ ਕਰਮਨ। ਹੁਣ ਮੈਂ ਉਹ ਸਵਾਲ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਰਾਮਲਾ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਹੁਣ ਤੱਕ ਆਪਣੀਆਂ 7 ਸਪੀਚਾਂ ਜਿਹੜੀਆਂ ਉਹ ਲਾਲ ਕਰ ਦਿੱਤੀਆਂ ਨੇ, ਉਹਨਾਂ ਦੀਆਂ 7 ਸਪੀਚਾਂ ਕੱਢ ਕੇ ਤੁਸੀਂ ਵੇਖ ਲਓ। ਬਕਾਇਦਾ ਤੌਰ ਤੇ ਉਹਨਾਂ ਸਪੀਚਾਂ ਵਿੱਚ ਸਿੱਧੇ ਤਰੀਕੇ ਨਾਲ ਕਿਸੇ ਨਾ ਕਿਸੇ ਗੁਰੂ ਸਾਹਿਬ ਦਾ ਵਰਣਨ ਜ਼ਰੂਰ ਕੀਤਾ। ਸਿਹਤ ਲੈਣ ਦੀ ਗੱਲ ਕੀਤੀ ਹੈ। ਜਿਹੜੀ ਦੇਹ ਸ਼ਿਵਾ ਬਰਮੋਹੇ ਦੀ ਤੁਸੀਂ ਗੱਲ ਕੀਤੀ ਹੈ, ਉਹ ਬਕਾਇਦਾ ਤੌਰ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਤ ਨਹੀਂ, ਉਹ ਕਿਸੇ ਕਵੀ ਦੀ ਕਿਰਤ। ਲੇਕਿਨ ਇਹਨਾਂ ਗੱਲਾਂ ਦਾ ਪ੍ਰਧਾਨ ਮੰਤਰੀ ਨੂੰ ਨਾ ਪਤਾ ਹੋਵੇ, ਉਹਨਾਂ ਕਹਿਤਾ ਵੀ ਗੁਰੂ ਗੋਬਿੰਦ ਸਿੰਘ ਦੀ ਕਿਰਤ ਹੈ, ਪਰ ਕੋਈ ਸ਼ੱਕ ਵਾਲੀ ਗੱਲ ਨਹੀਂ। ਚਲੋ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਸਾਡੇ ਜਿਹੜੇ ਜਥੇਦਾਰ ਨੇ ਜਦੋਂ ਉਹ ਰਮਾਇਣ ਤੇ ਬੋਲੇ ਨੇ ਕਿ ਕੀ ਹੁਣ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇਵੀ ਪੂਜਕ ਨਹੀਂ, ਉਹ ਸਰੇਆਮ ਸਿੱਧੇ ਲਫ਼ਜ਼ਾਂ ਦੇ ਸਵਾਲ ਮੈਨੂੰ ਆਇਆ। ਮੈਂ ਪੱਟੀ ਸਾਹਿਬ ਨੂੰ ਪੁੱਛ ਲੈਂਦੇ ਆ, ਬਾਕੀਆਂ ਨੂੰ ਵੀ ਪੁੱਛਿਆ। ਮੈਂ ਤਾਂ ਤੁਹਾਨੂੰ ਦੱਸਦਾ ਜੀ,
ਕਿ ਕੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇਵੀ ਪੂਜਕ ਹਨ? ਜਿਸ ਤਰੀਕੇ ਦੇ ਨਾਲ ਉਹ ਕਹਿ ਗਏ ਨੇ, ਜਿਸ ਤਰੀਕੇ ਨਾਲ ਮੋਹਰ ਲਾ ਗਏ ਨੇ ਕਿ ਉਹ ਦੇਵੀ ਕੋਲੋਂ ਆਗਿਆ ਲੈ ਕੇ ਜਿਹੜੀ ਚੰਗੇ ਕੰਮ ਕਰ ਰਹੇ ਨੇ। ਸਵਾਲ ਤਾਂ ਇਹ ਕਿ ਸਾਡੇ ਜਥੇਦਾਰਾਂ ਨੇ ਇਹਦੇ ਉੱਤੇ ਕੁਛ ਸੋਚਿਆ ਹੈ? ਸਾਡੇ ਜਥੇਦਾਰਾਂ ਨੇ ਜਾਂ ਕੌਮ ਦੇ ਜਿਹੜੇ ਲੀਡਰ ਨੇ, ਜਿਹੜੇ ਕਥਾਵਾਚਕ ਨੇ, ਕੀਰਤਨੀਏ ਨੇ, ਪ੍ਰਚਾਰਕ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਕੰਗਣਾ ਦਿਖਾਈ ਦਿੰਦੀ ਹੈ। ਇਹ ਜਿਹੜਾ ਬਿਆਨ ਹੈ, ਆਉਣ ਵਾਲੀਆਂ ਤੁਹਾਡੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਨੇ ਜਦੋਂ ਹਿਸਟਰੀ ਦੇ ਵਿੱਚ ਪੜ੍ਹਨਾ, ਜਦੋਂ ਉਲੱਥਾ ਹੋਣਾ ਕਿ ਆਹ ਗੱਲ ਕਹੀ ਹੈ। ਤੁਸੀਂ ਕਹਿੰਦੇ ਹੋ ਕਿ ਅਸੀਂ ਦੇਵੀ ਪੂਜਕ ਨਹੀਂ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇਵੀ ਪੂਜਕ ਹੈ, ਤੁਸੀਂ ਵੰਡੇ ਹੋਏ ਹੋ, ਠੱਪਾ ਲੱਗ ਗਿਆ। ਕੀ ਜਥੇਦਾਰ ਸਕਦਾ ਕਿ ਇਹਦਾ ਕੋਈ ਹੈ ਕੋਈ ਪ੍ਰਤੀਕਰਮ? ਕਿਸੇ ਨੂੰ ਪਤਾ ਲੱਗਾ ਕਿ ਕੀ ਹੋ ਕੀ ਗਿਆ? ਚਾਵਲਾ ਸਾਹਿਬ, ਜੇ ਕਿਸੇ ਨੂੰ ਜਾਣਕਾਰੀ ਹੋਊ ਤੇ ਗੱਲ ਕਰੂ, ਜੇ ਕਿਸੇ ਨੂੰ ਜਾਣਕਾਰੀ ਨਹੀਂ ਉਹ ਗੱਲ ਕਿਉਂ ਕਰੂਗਾ? ਉਹ ਕਿਵੇਂ ਕਰੂਗਾ? ਕਿਸੇ ਮੰਚ ਤੇ ਗੱਲ ਉੱਠੀ? ਪਹਿਲੀ ਗੱਲ ਤੇ ਹੈ ਵੀ ਜਦੋਂ ਅਯੁੱਧਿਆ ਦੇ ਵਿੱਚ ਮੰਦਿਰ ਦਾ ਉਦਘਾਟਨ ਕੀਤਾ ਗਿਆ ਸੀ, ਉਦੋਂ ਕਿਹਾ ਗਿਆ ਸੀ, ਕਲਟ ਲਫ਼ਜ਼ ਕੀਤਾ ਗਿਆ ਸੀ ਸਿੱਖਾਂ ਵਾਸਤੇ, ਉਹਦਾ ਬੜਾ ਵਿਰੋਧ ਹੋਇਆ ਸੀ ਤੇ ਬਕਾਇਦਾ ਤੌਰ ਤੇ ਬੁੱਧੀਜੀਵੀ ਵਰਗ ਨੇ ਸਾਡੇ ਲੀਡਰਾਂ ਨੂੰ ਕਿਹਾ ਸੀ ਕਿ ਇਹ ਤੁਸੀਂ ਮਿਲ ਕੇ ਉਹਦੇ ਵਿੱਚੋਂ ਕਲਟ ਲਫ਼ਜ਼ ਕਢਵਾਓ। ਨਹੀਂ ਨਿਕਲਿਆ, ਇਹ ਕਲਟ ਨਹੀਂ ਗਿਆ। ਲੇਕਿਨ ਅੱਜ ਤੱਕ ਕਿਸੇ ਨੇ ਬੌਧਰ ਕੀਤਾ? ਇਹ ਕੰਮ ਲੀਡਰਸ਼ਿਪ ਦੇ ਹੁੰਦੇ ਆ। ਲੀਡਰਸ਼ਿਪ ਤੇ ਸਿਰਫ ਕੁਰਸੀ ਤੱਕ ਸੀਮਤ ਰਹੇਗੀ, ਕੁਰਸੀ ਮਿਲਣੀ ਚਾਹੀਦੀ, ਬਾਕੀ ਸਭ ਤੋਂ ਪਵੇ ਢੱਠੇ, ਕੋਈ ਸਾਨੂੰ ਕੋਈ ਲੋੜ ਨਹੀਂ ਕਿਸੇ। ਇਸੇ ਕਰਕੇ ਜਿਹੜੀ ਗੱਲ ਤੁਸੀਂ ਕਹੀ ਹੋ ਦੇਸ਼ ਸੇਵਾ ਬਰਮੋਹੇ ਬਾਰੇ, ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ, ਕੋਈ ਹੋਰ ਚੈਨਲ ਕਰ ਰਹੇ, ਕਈ ਗੱਲਾਂ ਕਰ ਰਹੇ, ਆਖਰਕਾਰ ਸਾਨੂੰ ਨਾ ਕੋਈ ਪਹੁੰਚ ਜਾਣੀ ਹੈ ਵੀ ਇਹ ਗੱਲ ਕੀ ਹੈਗੀ ਹੈ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਦੋਂ ਬਿਕਰਮ ਸਿੰਘ ਮਜੀਠੀਏ ਦੇ ਉੱਤੇ ਇਹ ਗੱਲ ਕੀਤੀ, ਜਦੋਂ ਕਿ ਨਿਸ਼ਚੈ ਕਰ ਜੇਤਲੀ ਕੀ ਜੀਤ ਕਰ, ਯਾਦ ਹੋਏਗਾ, ਬਕਾਇਦਾ ਤੌਰ ਤੇ ਉਹਨੂੰ ਅਕਾਲ ਤਖਤ ਤੇ ਆਪ ਪੇਸ਼ ਹੋਣਾ ਪਿਆ ਸੀ ਕਿ ਭਾਈ ਮੈਨੂੰ ਤਨਖਾਹ ਲਾਓ, ਲੋਕਾਂ ਨੇ ਮੇਰਾ ਖੜਾ ਨਹੀਂ ਛੱਡਣਾ। ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਅਜੇ ਤੱਕ ਕਿ ਇਹ ਕਿਰਤ ਗੁਰੂ ਗੋਬਿੰਦ ਸਿੰਘ ਦੀ ਹੈ ਕਿ ਕਿਸੇ ਕਵੀ ਦੀ ਹੈ। ਇਸ ਕਰਕੇ ਦੱਸੂ ਤਾਂ ਜਾ ਕੇ ਉਹ ਜਿਹਨੂੰ ਜਾਣਕਾਰੀ, ਜਿਹੜਾ ਜਾ ਕੇ ਰਿਕਾਰਡ ਲੈ ਕੇ ਜੀ ਆਹ ਵੇਖੋ ਕਿਰਤ ਤੇ ਫਲਾਣੇ ਕਵੀ ਦੀ ਹੈ। ਇਸ ਕਰਕੇ ਜਿਹੜੀ ਗੱਲ ਤੁਸੀਂ ਕਰਦੇ ਜਥੇਦਾਰੀ ਇੱਕ ਗੱਲ ਦਾ ਨਹੀਂ ਪਤਾ ਹੈਗਾ, ਉਹ ਕੁਰਸੀ ਤੱਕ ਸੀਮਤ ਨੇ। ਜਥੇਦਾਰ ਨੇ ਬਿਆਨ ਨਹੀਂ, ਜਥੇਦਾਰ ਸਾਹਿਬ ਦਾ ਬਿਆਨ ਤੇ ਬੜਾ ਮਤਲਬ ਟੇਢਾ ਮੇਢਾ ਜਾਂ ਬੜਾ ਗੁੰਝਲਦਾਰ ਜਿਹਾ ਆ, ਜਿਸ ਤਰੀਕੇ ਦੇ ਨਾਲ ਕਿ ਮੋਦੀ ਸਾਹਿਬ ਨੇ ਬਹੁਤ ਵਧੀਆ ਕੀਤਾ ਜੀ। ਇਹਨੂੰ ਧੜਿਆਂ 'ਚ ਵੰਡਿਆ ਜਾ ਰਿਹਾ ਸੀ, ਇਹਨੂੰ ਮਸਲਾ ਬਣਾਇਆ ਜਾ ਰਿਹਾ ਸੀ, ਦੋ ਫਿਰਕਿਆਂ ਦੇ ਵਿੱਚ ਵੰਡਿਆ ਜਾ ਰਿਹਾ ਸੀ। ਉਹ ਜੱਟ ਹੋਇਆ ਮੀਸਣਾ ਖੁਦਾ ਨੂੰ ਲੈ ਕੇ ਚੋਰ। ਉਹ ਕਿਉਂ ਕਿਹਾ ਜੀ? ਜਥੇਦਾਰ ਨੇ ਕਿਉਂ ਕਿਹਾ? ਜਥੇਦਾਰ ਨੂੰ ਪਹਿਲਾਂ ਅਕਾਲੀ ਦਲ ਬਾਦਲ ਨੇ ਵਰਤਣ ਦੀ ਕੋਸ਼ਿਸ਼ ਕੀਤੀ ਕਿ ਤੂੰ ਪੰਥਕ ਏਕਤਾ ਦੀ ਗੱਲ ਕਰ, ਤੇ ਸਾਰਿਆਂ ਨੂੰ ਕਿਹਾ ਵੀ ਬਾਦਲ ਅਕਾਲੀ ਦਲ ਦੇ ਬੈਨਰ ਥੱਲੇ ਸਾਰੇ ਇਕੱਠੇ ਹੋਏ। ਜਥੇਦਾਰ ਨੇ ਕੋਸ਼ਿਸ਼ ਕੀਤੀ ਲੇਕਿਨ ਕਾਮਯਾਬੀ ਨਹੀਂ ਮਿਲੀ। ਹੁਣ ਵੀ ਜਥੇਦਾਰ ਆਈ ਉਹ ਦੁਬਾਰਾ ਪੌੜੀ ਚੜ੍ਹਨਾ ਚਾਹੁੰਦੇ ਤੇ ਅਸੀਂ ਤਾਂ ਭਾਜਪਾ ਦੀ ਪੌੜੀ ਚੜ੍ਹ ਗਈ। ਲੇਕਿਨ ਤੁਹਾਨੂੰ ਪਤਾ ਹੋਏਗਾ ਜਿਹੜੇ ਉਹਨਾਂ ਦੇ ਪੰਜਾਬ ਦੇ ਦੁਸ਼ਮਣ ਗੌਤਮ ਇੰਚਾਰਜ ਨੇ ਮਾਮਲਿਆਂ ਦੇ, ਉਹਨਾਂ ਨੇ ਕਹਿਤਾ ਕਿ ਬੀਜੇਪੀ ਔਰ ਅਕਾਲੀ ਦਲ ਨਾਲ ਛੋਟੇ ਭਰਾ ਨਹੀਂ ਵੱਡੇ ਭਰਾ ਬਣ ਕੇ ਸਮਝੌਤਾ ਕਰੇਗੀ, ਭਾਵ 23 ਤੁਸੀਂ ਲੜੋਗੇ ਬਾਕੀ ਅਸੀਂ ਲੜਾਂਗੇ। ਜਿਹਦੇ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹਿਣੀ ਪਈ ਕਿ ਅਸੀਂ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਵੀ ਜਦੋਂ ਤੁਹਾਡੇ ਕੋਲੋਂ ਸਮਝੌਤਾ ਕਰਨ ਜੋਗੇ ਤੁਸੀਂ ਛੱਡਿਆ ਹੀ ਨਹੀਂ ਉਹਨਾਂ ਨੇ। ਉਹ ਤੇ ਬਿੱਲਾਂ ਤੋਂ ਪਹਿਲਾਂ ਕਹਿੰਦੇ ਰਹੇ, ਮਾਸਟਰ ਮੋਹਨ ਲਾਲ ਦੇ ਬਿਆਨ ਆਉਂਦੇ ਰਹੇ, ਸ਼ਰਮੇ ਦੇ ਬਿਆਨ ਆਉਂਦੇ ਰਹੇ, ਕਹਿੰਦੇ ਨੇ ਵੇਖੋ ਜੀ ਐਤਕੀ ਅਸੀਂ ਜਿਹੜੀਆਂ ਵਾ ਉਹ 59 ਸੀਟਾਂ ਤੋਂ ਘੱਟ ਨਹੀਂ ਲੜਾਂਗੇ। ਬਿਲਕੁਲ ਵੱਡੇ ਛੋਟੇ ਭਰਾ ਵਾਲਾ ਮਸਲਾ ਨਹੀਂ, ਪਤੀ ਪਤਨੀ ਵਾਲਾ ਕੋਈ ਮਸਲਾ। ਨਵਾਂ ਰਿਸ਼ਤਾ ਬਣਾਉਣਾ, ਉਹ ਨਵਾਂ ਰਿਸ਼ਤਾ ਕਿਹੜਾ ਬਣਾਉਂਦੇ ਨੇ? ਜੀ 9 ਮਾਸ ਦਾ ਰਿਸ਼ਤਾ ਸਭ ਤੋਂ ਵੱਡਾ ਰਿਸ਼ਤਾ, ਵੱਡੇ ਭਾਈ ਛੋਟੇ ਭਾਈ ਵਾਲਾ ਰਿਸ਼ਤਾ ਸਭ ਤੋਂ ਵੱਡਾ ਰਿਸ਼ਤਾ, ਪਤੀ ਪਤਨੀ ਵਾਲਾ ਰਿਸ਼ਤਾ। ਬਾਦਲ ਸਾਹਿਬ ਵੱਡੇ ਪੰਥ ਰਤਨ ਜੀਂਦੇ ਨੇ ਅਜੇ, ਉਹਨਾਂ ਨੇ ਇਹਨਾਂ ਨੂੰ ਪਤੀ ਦਾ ਰਿਸ਼ਤਾ ਦਿੱਤਾ ਸੀ ਭਾਜਪਾ ਨੂੰ। ਪੜ੍ਹ ਲਓ ਕਿਤਾਬਾਂ, ਪੜ੍ਹ ਲਓ ਅਖਬਾਰਾਂ। ਇਹਦੋਂ ਵੱਡਾ ਰਿਸ਼ਤਾ ਹੋਰ ਕਿਹੜਾ ਚਾਹੁੰਦੇ ਨੇ ਇਹ? ਚਲੋ ਚੰਗਾ ਹੋਇਆ ਇਹ ਬਾਬੇ ਦੀ ਲਾਈ ਹੋਈ ਅਮਰਵੇਲ ਜਿਹੜੀ ਹੈ ਉਹ ਬਾਬੇ ਦੇ ਵੇਲੇ ਬਾਬੇ ਨੂੰ ਪੁੱਛ ਰਹੀ ਆ ਕਿ ਹੁਣ ਆਉਣਾ ਤੇ ਕਿਵੇਂ ਆਉਣਾ। ਜੀ ਉਹਨੂੰ ਉਠਾਣਾ ਲਾ ਕੇ ਯਾਰੀਆਂ, ਹਾਥੀਆਂ ਵਾਲੇ ਲਾ ਕੇ ਯਾਰੀਆਂ, ਤੇ ਮਹਿਲਾਂ ਦੇ ਦਰਵਾਜ਼ੇ ਛੋਟੇ ਨਹੀਂ, ਅਗਲੇ ਕਹਿੰਦੇ ਵੱਡੇ ਰੱਖੋ, ਹੁਣ ਸਾਡੇ ਨਾਲ ਕਰਨੀ ਗੱਲ। ਅੱਛਾ, ਮੇਰੇ ਨਾਲ ਕਾਲਰ ਨੇ, ਕਿਸਾਨਾਂ ਨੇ ਹੱਥਾਂ ਵਿੱਚ ਤਿਰੰਗਾ ਲੈ ਕੇ ਭਾਰਤ ਦੀ ਸ਼ਾਨ ਜਿਹੜੀ ਜਸ਼ਨ ਮਨਾਏ ਨੇ, ਮੋਰਚਾ ਜਾਰੀ ਰਹੇਗਾ, ਕੋਈ ਦੋ ਰਾਵਾ ਨਹੀਂ,
ਕੋਈ ਦੋ ਰਾਵਾ ਨਹੀਂ ਉਹਨਾਂ ਨੇ ਜੇ ਝੰਡੇ ਲੈ ਕੇ ਭਾਰਤ ਦਾ ਤਿਰੰਗਾ ਮਾਣ ਆ ਸ਼ਾਨ ਜੇ ਫੜ ਕੇ ਉਹਨਾਂ ਨੇ ਜਸ਼ਨ ਮਨਾਏ ਨੇ ਤੇ ਕੋਈ ਦੋ ਰਾਵਾ ਨਹੀਂ। ਪਰੰਤੂ ਕਾਲ ਲੈ ਲਈਏ ਪਹਿਲਾਂ। ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ, ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਇਹਨਾਂ ਨੇ ਮੋਦੀ ਸਮਝ ਸਕੇ, ਪਰ ਪ੍ਰੈਸ ਤੋਂ ਜਿਹੜੀ ਸੈਂਟਰ ਦੀ ਵਿਕੀ ਪ੍ਰੈਸ ਹੈ ਇਹ ਵਾਕਈ ਕਦੋਂ ਮੰਗੇਗੀ? ਜਦੋਂ ਕਿ ਇਹਦਾ ਰੋਲ ਦੇਖੋ ਇੰਟਰਨੈਸ਼ਨਲ ਲੈਵਲ ਤੇ ਵੀ ਕਿਹੋ ਜਿਹਾ ਖਬਰਾਂ ਛਾਪਦੀ ਹੈ। ਕਮਲਾ ਹੈਰਿਸ ਬਣੀ 1.5 ਘੰਟੇ ਲਈ ਪ੍ਰੈਜ਼ੀਡੈਂਟ USA। ਇੰਡੀਆ ਦਾ ਮੀਡੀਆ ਜਿਹੜਾ ਸੈਂਟਰ ਦੇ ਵਿੱਚ ਬੜਾ ਤਕੜਾ ਬੋਲਦਾ, ਪਤਾ ਕੀ ਲਿਖਦਾ? ਇੰਡੀਆ ਬੋਲ ਲੇਡੀ ਵਰਲਡ ਦੀ ਪਾਵਰ ਦੀ ਜਿਹੜੀ ਹੈ ਇਸ ਵੇਲੇ ਉਹਦੇ ਸਾਰਾ ਹੱਥ ਹੈ, ਕਾਰਡ ਉਹਦੇ ਹੱਥ 'ਚ ਹੈ। ਉਹ 1.5 ਘੰਟੇ ਦੇ ਵਿੱਚ, ਸਵਾ ਘੰਟੇ ਦੇ ਵਿੱਚ ਸਾਰੇ ਸੰਸਾਰ ਨੂੰ ਤਬਾਹ ਕਰ ਸਕਦੇ। ਉਹਦੇ ਕੋਲ ਤਾਕਤ ਹੈ, ਇੰਨੀ ਤਾਕਤ ਹੈ। ਬਸ ਇਧਰਲੇ ਪਾਸੇ ਇਹਨਾਂ ਨੂੰ ਕੰਸਟਰਕਟਿਵ ਸਾਈਡ ਕੋਈ ਨਹੀਂ ਦੱਸਦੀ। ਇਧਰਲੇ ਪਾਸੇ ਹੀ ਸੋਚੋ 1.5 ਘੰਟੇ ਦੇ ਵਿੱਚ ਕੋਈ ਹੋਰ ਵੀ ਕਰ ਸਕਦੇ ਜਾਂ ਨਹੀਂ ਕਰ ਸਕਦੀ। ਨਹੀਂ, ਉਹ ਇੰਡੀਆ ਦੀ ਬੌਰਨ ਤੇ ਹੈ ਹੀ ਨਹੀਂ। ਪਹਿਲੀ ਗੱਲ ਤੇ ਹਿਸਟਰੀ ਪੜ੍ਹੋ। ਨਹੀਂ ਮੂਲ ਉਹਦੇ ਚ ਬੌਰਨ ਤੇ ਨਹੀਂ, ਮੂਲ ਤੇ ਹੈ, ਮੂਲ ਹੈ, ਮਾਂ ਦੀ ਉੱਥੋਂ ਦੀ, ਮਾਂ ਉੱਥੋਂ ਦੀ। ਹਾਂਜੀ ਚਲੋ, ਹਾਂ ਉਹੀ ਤਾਂ ਕਈਆਂ ਨੇ ਤਾਂ ਹੱਥ ਉੱਥੇ ਕਈਆਂ ਨੇ ਤਾਂ ਉਹਨੂੰ ਖਿਡਾਉਣਾ ਵੀ ਉੱਥੋਂ ਦੇ ਦਿੱਤਾ ਹੋਣਾ ਵੀ ਆ ਬਚਪਨ ਫੜ ਕੇ ਖਿਡਾਉਣਾ ਫੜ ਆਹ ਖੇਡਦੇ। ਨਹੀਂ, ਮੈਂ ਗੱਲ ਕਰਦਾ ਇੰਡੀਆ ਉਹਦੀ ਪ੍ਰੈਸ ਦੀ ਗੱਲ ਕਰਦਾ। ਪ੍ਰੈਸ ਇਹ ਕਿਹੋ ਜਿਹਾ ਕਰਦੀ ਹੈ? ਤੇ ਇੱਕ ਛੋਟਾ ਜਿਹਾ ਸਵਾਲ ਮੇਰਾ ਹੋਰ ਹੈ, ਜੇ ਕੋ ਹੁਣੇ ਦੱਸ ਦੇਣਾ ਜਾਂ ਇਹ ਤੋਂ ਬਾਅਦ ਸੇ? ਨਹੀਂ ਕੋਈ ਨਹੀਂ, ਦੱਸ ਦਿਓ ਜੀ, ਦੱਸ ਦਿਓ ਹੁਣੇ। ਹਾਂਜੀ ਹਾਂਜੀ ਪਲੀਜ਼। ਦੂਜਾ ਇਹ ਵੀ ਇੱਕ ਇਹਨਾਂ ਨੇ ਰਾਮਾਇਣ ਐਕਸਪ੍ਰੈਸ ਚਲਾਈ ਹੈ ਜਿਹੜੀ ਤਕਰੀਬਨ 7,500 ਕਿਲੋਮੀਟਰ ਤੱਕ ਚੱਲੇਗੀ। 10-15 ਦਿਨ ਲਈ ਉਹਦਾ ਨਾਮ ਰੱਖਿਆ ਰਾਮਾਇਣ ਐਕਸਪ੍ਰੈਸ। ਯੂਨੀਫਾਰਮ ਦੀ ਗੱਲ ਕਰਨ ਲੱਗੇ ਤੁਸੀਂ? ਹਾਂ, ਯੂਨੀਫਾਰਮ ਦੀ ਗੱਲ ਕਰਨ ਲੱਗਾ ਵੀ ਦੱਸੋ ਇਹਨਾਂ ਦੀ ਸੋਚ ਦੇ ਵਿੱਚ ਅਜੇ ਵੀ ਕੀ ਹੈ? ਪਰ ਉਹਨਾਂ ਨੇ ਤਾਂ ਆਪਣੇ ਵੱਲੋਂ ਕੀਤਾ ਹੈ, ਪਰ ਜਿਹੜਾ ਜਨਰਲ ਪੈਂਦਾ ਉਹ ਇਹਦੇ ਬਾਰੇ ਦੱਸੋ। ਉਹ ਵੀ ਪੁੱਠਾ ਪੈ ਗਿਆ। ਮਿਹਰਬਾਨੀ ਜੀ। ਹਾਂਜੀ, ਵਿਰੋਧ ਹੋਇਆ ਉਹਦਾ। ਜਿਹੜੀ ਗੱਲ ਤੁਸੀਂ ਕਹੀ ਹੈ ਜੀ ਕਮਲਾ ਹੈਰਿਸ ਦੀ, ਬਿਲਕੁਲ ਤੁਹਾਡੀ ਗੱਲ ਸੀ ਕਿ ਇਹਨਾਂ ਦਾ ਜਿਹੜਾ ਉਹ ਸਟੈਂਡ ਸੀ, ਜਿਹੜੀ ਗੱਲਬਾਤ ਸੀ, ਬਿਲਕੁਲ ਗਲਤ ਸੀ। ਟ੍ਰੋਲਿੰਗ ਬਹੁਤ ਹੋਈ ਹੈ। ਟ੍ਰੋਲਿੰਗ ਕੱਲੀ ਇੱਥੇ ਨਹੀਂ, ਇੰਟਰਨੈਸ਼ਨਲ ਲੈਵਲ ਟ੍ਰੋਲਿੰਗ। ਤੁਸੀਂ ਕਿਹੜੀ ਦੁਨੀਆ 'ਚ ਵਸਦੇ ਹੋ? ਕਿਹੜੀ ਦੁਨੀਆ 'ਚ ਤੁਸੀਂ ਰਹਿ ਰਹੇ ਹੋ? ਕੀ ਤੁਸੀਂ ਕਮਲਾ ਹੈਰਿਸ ਦੇ ਜਿਹੜੇ ਹਮਦਾਰ ਦੋਗੇ ਤੇ ਵਿਰੋਧੀ ਹੋ? ਬਸ ਦੁਨੀਆ ਤਬਾਹ ਕਰ ਸਕਦੀ, ਹੋਰ ਕੋ ਤਬਾਹ ਕਰਨ ਦਾ ਸਵਾਏ ਕੰਮ ਹੀ ਕੋਈ ਨਹੀਂ ਹੈਗਾ ਜੀ। ਹਾਂਜੀ, ਉਹ ਉਹਨਾਂ ਦੇ ਆਪਣੇ ਦੇਸ਼ ਦਾ ਮਾਮਲਾ ਵਾ। ਜੇ ਉਹਨੂੰ 85 ਮਿੰਟ ਦੀ ਜਾਂ 80 ਮਿੰਟ ਦੀ ਜਿਹੜੀ ਉਹ ਸਾਰਾ ਪ੍ਰਬੰਧ ਮਿਲਿਆ ਉੱਥੋਂ ਦਾ ਜੇ ਰਾਸ਼ਟਰਪਤੀ ਦਾ, ਸਗੋਂ ਤੁਸੀਂ ਇਹ ਕਹੋ ਵੀ ਅਸੀਂ ਇਹ ਕਹਿੰਦੇ ਵੀ ਗਾਹ ਰਾਸ਼ਟਰਪਤੀ ਬਣੇ ਹੋ। ਬਿਲਕੁਲ ਬਿਲਕੁਲ। ਜੇ ਅੱਜ ਸ਼ੁਰੂਆਤ ਹੋਈ ਹੈ ਤੇ ਤੁਸੀਂ ਜੇ ਪੁੱਠੀਆਂ ਗੱਲਾਂ ਕਰਦੇ ਹੋ ਤੇ ਇਹ ਤੁਹਾਡੀ ਸੋਚ ਜਿਹੜੀ ਹੈ ਦਮਤੜੀ, ਮੈਂ ਕਹਿ ਸਕਦਾ ਬਿਮਾਰ ਸੋਚ ਦਾ ਕੰਡੇ ਬੀਜਦੇ ਪਏ ਰਾਜ ਕੇ। ਵੀ ਆਹ ਵੇਖੋ ਜੀ, ਜਿੱਥੋਂ ਦੀ ਬੇਸ ਵਾ ਉਹਨਾਂ ਦੇ ਲੋਕਾਂ ਦੀ ਸੋਚ ਕੀ ਇਹਦੇ ਪ੍ਰਤੀ ਵੀ ਸਾਡੀ। ਕਿਉਂਕਿ ਮੋਦੀ ਸਾਹਿਬ ਨੂੰ ਕਮਲਾ ਹੈਰਿਸ ਜਦੋਂ ਗਈ ਸੀ ਉਹਨੇ ਬਹੁਤੇ ਪੱਠੇ ਨੀਚੀ ਪਾਏ। ਹਾਂ, ਪੱਠੇ ਨਾ ਪਾਉਣ ਕਰਕੇ ਇਹਨਾਂ ਨੂੰ ਗੁੱਸਾ ਅਸੀਂ ਕੱਢੀ ਜਾਓ, ਕੀ ਫਰਕ ਪੈਂਦਾ? ਉਹਨਾਂ ਦੀ ਸਿਰ ਤੇ ਇੱਕੋ ਸਿੰਘ ਤੁਹਾਡੀਆਂ ਗੱਲਾਂ ਦਾ ਹੈਗਾ। ਲੇਕਿਨ ਜਿਹੜੀ ਟ੍ਰੋਲਿੰਗ ਤੁਹਾਨੂੰ ਸਾਡੇ ਇੰਡੀਅਨ ਨੇ ਵੀ ਕੀਤੀ ਹੈ, ਫੋਰਨਰ ਨੇ ਕੀਤੀ ਹੈ, ਉਹਦਾ ਜਵਾਬ ਦਿਓ ਘੱਟੋ ਘੱਟ। ਉਹ ਹੈ ਹੀ ਨਹੀਂ। ਦੂਸਰੀ ਚੀਜ਼ ਜਿਹੜੀ ਮਿਜ਼ਾਈਲ ਦੀ ਇਹ ਗੱਲ ਕਰਦੇ, ਵੇਖੋ ਜੀ ਬੀਜਿੰਗ ਤਬਾਹ ਕਰ ਦੇਣਗੇ ਜੀ, ਇਸਲਾਮਾਬਾਦ ਤਬਾਹ ਕਰ ਦੇਣਗੇ। ਭਾਈ ਅੱਜ ਦੀ ਡੇਟ ਦੇ ਵਿੱਚ ਚਾਈਨਾ ਕੋਲ ਇਹੋ ਜਿਹੀ ਮਿਜ਼ਾਈਲਾਂ ਬੀਜਿੰਗ ਤੋਂ ਚੱਲੇ ਤੇ ਉਹ ਜਾ ਕੇ ਸ਼੍ਰੀਲੰਕਾ ਵੀ ਪਾਰ ਕਰ ਜਾਂਦੀਆਂ ਨੇ। ਅਸੀਂ ਆਪਣੇ ਰੇਡੀਓ ਤੇ ਡਿਸਕਸ ਵੀ ਕੀਤੀਆਂ ਸੀ ਵੀ ਸਾਡੇ ਕੋਲ ਮਿਜ਼ਾਈਲ ਦੀ ਕਿੰਨੀ ਪਾਵਰ ਹੈ ਤੇ ਉਹਨਾਂ ਕੋਲ ਕਿੰਨੀ ਪਾਵਰ ਹੈਗੀ। ਅਸੀਂ ਵੀ ਕਹਿੰਦੇ ਹਥਿਆਰ ਇਹ ਜਿਹੜਾ ਅਸਰ ਤਬਾਹ ਕਰਨਾ ਚਾਹੀਦਾ। ਇਹ ਤੇ ਮਨੁੱਖਤਾ ਦੀ ਮੌਤ ਦਾ ਸੰਦੇਸ਼ ਲੈ ਕੇ ਆ ਰਿਹਾ। ਇਸੇ ਕਰਕੇ ਜਿਹੜੀ ਆਪਣੇ ਨਿਰਸਕ ਚਿੰਤਾ ਕਰਨ ਦੀ ਲੋੜ ਨਹੀਂ। ਇਹਨਾਂ ਦੇ ਮੂੰਹ ਤੇ ਆਪਣੇ ਤੇ ਧੋਤੀ ਦੇ ਮੂੰਹ ਜਿਹੜੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਅੱਜ ਜਿਹੜਾ ਵਾ ਸਾਡਾ ਸਮਾਜ ਜਿਹੜਾ ਇਹ ਚੀਜ਼ ਮੰਗਦਾ ਕਿ ਵਿਕਾਸ ਦੀ ਗੱਲ ਹੋਣੀ ਚਾਹੀਦੀ ਹੈ, ਸਾਡੇ ਕੋਈ ਚੰਗੇ ਕੰਮ ਦੀ ਗੱਲ ਹੋਣੀ ਚਾਹੀਦੀ ਹੈ। ਜੇ ਪੁੱਠੀਆਂ ਗੱਲਾਂ ਕਰਾਂਗੇ ਤੇ ਨਤੀਜੇ ਵਿੱਚ ਪੁੱਠੇ ਨਿਕਲ। ਬਿਲਕੁਲ ਬਿਲਕੁਲ ਬਿਲਕੁਲ। ਸੀ ਜਮਾਲ 1320 ਮੀਟਰ ਬੈਂਡ 905 813 1320 9058131320 ਤੇ ਕਾਲ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਵਾਪਸ ਲਏ, ਜਿੰਨਾ ਚਿਰ ਤੱਕ ਕਾਨੂੰਨੀ ਤੌਰ ਤੇ ਰੱਦ ਨਹੀਂ ਕੀਤੇ ਜਾਂਦੇ ਮੋਰਚਾ ਜਾਰੀ ਰਹੇਗਾ। ਸੰਯੁਕਤ ਕਿਸਾਨ ਮੋਰਚਾ। ਚਲੋ ਤੁਹਾਡੀ ਗੱਲ ਦੇ ਵਿੱਚ ਦਮ ਹੈ ਜੀ, ਰਹਿਣਾ ਵੀ ਚਾਹੀਦਾ। ਪਰ ਆਹ ਜਿਹੜੀਆਂ ਜਦੋਂ ਉਹਨਾਂ ਨੇ ਬਿਆਨ ਦਿੱਤਾ ਤੱਕ ਤੁਹਾਨੂੰ ਨਹੀਂ ਲੱਗਦਾ ਕਿ ਜਿੰਨਾ ਚਿਰ ਮਹੀਨਾ ਖੰਡ ਇਹਨਾਂ ਨੂੰ ਆਪਣੀਆਂ ਬਾਕੀ ਦੀਆਂ ਗਤੀਵਿਧੀਆਂ ਜਿਹੜੀਆਂ ਨੇ, ਐਕਸ਼ਨ ਜਿਹੜੇ ਨੇ
ਸਟਰੋਂਗ ਐਕਸ਼ਨ, ਜਿੱਦਾਂ ਕਿ ਰੈਲੀਆਂ ਸ਼ੈਲੀਆਂ ਕਰਨੀਆਂ ਨੇ ਜਿਹੜੀਆਂ ਜੀ, ਉਹ ਰੋਕ ਲੈਣੀ ਚਾਹੀਦੀਆਂ ਨੇ? ਦੇਖੋ ਚਾਵਲਾ ਸਾਹਿਬ, ਤੁਹਾਡੀ ਗੱਲ ਠੀਕ ਹੈ। 27 ਤਰੀਕ ਨੂੰ ਇਹਨਾਂ ਦੀ ਮੀਟਿੰਗ ਹੈ, ਜਿਹੜੀ ਮੈਨੂੰ ਉਮੀਦ ਇਹਨਾਂ ਦਿੱਲੀ ਮਾਰਚ ਦੀ 29 ਦੀ ਗੱਲ ਕੀਤੀ ਹੈ, ਸ਼ਾਇਦ ਉਹਨੂੰ ਪੋਸਟਪੋਨ ਪਾ ਦੇਣਗੇ ਜੀ। ਕਿਉਂ ਪਾ ਦੇਣਗੇ? ਨਹੀਂ, ਪੋਸਟ 29 ਤਰੀਕ ਨੂੰ ਬਕਾਇਦਾ ਤੌਰ ਤੇ ਉਹ ਬਿੱਲ ਲੋਕ ਸਭਾ 'ਚ ਰੱਦ ਹੋਣੇ ਆ, ਤੇ ਇਹਨਾਂ ਨੂੰ ਪੋਸਟਪੋਨ ਪਾਉਣੀ ਵੀ ਚਾਹੀਦੀ ਆ। ਬਿਲਕੁਲ। ਹਾਂ, 26 ਤਰੀਕ ਨੂੰ ਤੁਸੀਂ ਜਸ਼ਨ ਮਨਾਉਣੇ, ਆਪਣੇ ਸਿੰਧੂ ਬਾਰਡਰ ਤੇ ਮਨਾਉਣੇ, ਟਿਕਰੀ ਤੇ ਮਨਾਉਣੇ, ਗਾਜੀਪੁਰ ਮਨਾਓ, ਸਾਨੂੰ ਕੋਈ ਮਨਾ ਨਹੀਂ ਕਰਦਾ। ਤੁਹਾਡਾ ਇੱਕ ਸਾਲ ਪੂਰਾ ਹੋ ਰਿਹਾ, ਬਣਾਓ ਤੇ ਜਿਸ ਕੋਈ ਗੱਲ ਨਹੀਂ। ਲੇਕਿਨ ਇਹ ਆ ਵੀ ਬਾਕੀ ਦੀਆਂ ਸਰਗਰਮੀਆਂ, ਵਾਕਿਆ ਤੁਹਾਡੀ ਗੱਲ ਠੀਕ ਆ, ਉਹ 27 ਨੂੰ ਉਮੀਦ ਨੂੰ ਹਾਲ ਦੀ ਕੜੀ ਜਿੰਨਾ ਚਿਰ ਇਹ ਟਾਈਮ ਬਾਉਂਡ ਕਰ ਦੇਣਗੇ, ਪੀਨੇ ਦੇ ਵਿੱਚ ਨਹੀਂ ਹੁੰਦੇ ਤੇ ਫਿਰ ਅਸੀਂ ਆਪਣੀਆਂ ਸਰਗਰਮੀਆਂ ਤੇਜ਼ ਕਰਾਂਗੇ, ਉਹਨਾਂ ਚ ਉਹਨਾਂ ਨੂੰ ਜਿਹੜਾ ਕੁਝ ਸਮੇਂ ਲਈ ਜਿਹੜਾ ਉਹ ਰੋਕ ਵੀ ਲਾ ਸਕਦੇ ਆ। 26 ਨੂੰ ਤੁਸੀਂ ਵੇਖੋ ਬੜੀ ਵੱਡੀ ਗਿਣਤੀ 'ਚ ਕਿਸਾਨ ਜਾਣਗੇ। ਤੇ ਇੱਕ ਜਿੱਤ ਆ, ਇੱਕ ਬੀਬੀ ਹੈ ਚਾਵਲਾ ਸਾਹਿਬ ਉੱਥੇ ਮਾਨਸਾ ਜ਼ਿਲ੍ਹੇ ਦੀ, ਬਜ਼ੁਰਗ ਔਰਤ ਆ, ਆਪਾਂ ਸ਼ਾਇਦ ਇਹ ਗੱਲ ਸਾਂਝੀ ਕੀਤੀ। ਉਹ ਬੀਬੀ ਦਾ ਜਿਹੜਾ ਬੇਟਾ ਵਾ, ਉਹਨੂੰ ਜਦੋਂ ਦੀਵਾਲੀ ਸੀ ਬਕਾਇਆ ਤੌਰ ਤੇ ਡੱਬਾ ਦੇਣ ਵਾਸਤੇ ਗਿਆ, ਮਾਤਾ ਤੇਰੇ ਵਾਸਤੇ ਡੱਬਾ ਲੈ ਕੇ ਆਇਆ ਦੀਵਾਲੀ। ਉਹ ਕਹਿੰਦੀ ਪੁੱਤ ਨੂੰ ਵਾਪਸ ਲੈ ਜਾ। ਉੱਥੇ ਪਹੁੰਚ ਜਾਂਦੇ ਨੇ ਸਾਡੇ YouTube ਵਾਲੇ, ਉਹਨਾਂ ਮੀਟਿੰਗ ਬੀਬੀ ਦਾ ਮੀਟਿੰਗ ਕਰਦੇ, ਬੀਬੀ ਨਾਲੇ ਤੋਂ ਪੇੜੇ ਕੱਢ ਰਹੀ ਹੈ ਤੇ ਨਾਲੇ ਉਹ ਗੱਲਾਂ ਕਰ ਰਹੀ ਹੈ। ਉਹ ਕਹਿੰਦੀ ਆ ਪੁੱਤ ਮੈਂ ਜਿਸ ਦਿਨ ਮੋਰਚਾ ਲੱਗਾ ਸ਼ੁਰੂ ਹੋਇਆ ਸੀ ਉਦੋਂ ਇੱਥੇ ਆਈ ਸੀ ਤੇ ਜਾਣਾ ਤੇ ਜਿੱਤ ਕੇ ਜਾਣਾ, ਤੇ ਨਹੀਂ ਹਿੰਦੀ ਚ ਨਹੀਂ ਜਾਣਾ। ਪੇੜੇ ਕਰ ਰਹੀ ਹੈ, ਕੋਲ ਤੰਦੂਰ ਬਣ ਰਿਹਾ, ਸਬਜ਼ੀ ਬਣੀ ਹੈ ਪ੍ਰਸ਼ਾਦਾ ਛਕਾਉਣ ਵਾਸਤੇ। ਉਹਦਾ ਮੁੰਡਾ ਕਹਿੰਦਾ ਵੀ ਮੈਂ ਬੇਟਾ ਵਾਂ ਮਾਤਾ ਦਾ, ਮੈਂ ਸਪੈਸ਼ਲ ਆਪਣੇ ਘਰ ਤੋਂ ਡੱਬਾ ਦੇਣ ਵਾਸਤੇ ਮਾਤਾ ਨੂੰ ਆਇਆ ਵੀ ਮੈਂ ਦੀਵਾਲੀ ਡੱਬਾ ਦੇਖ, ਲੇਕਿਨ ਮਾਤਾ ਨੇ ਮਨਾ ਕਰਤਾ, ਮੈਨੂੰ ਵਾਪਸ ਲੈ, ਡੱਬਾ ਸਾਡੇ ਕੰਮ ਦਾ ਨਹੀਂ ਜਾਏਗਾ, ਜਦੋਂ ਜਿੱਤਾਂਗੇ ਤੇ ਡੱਬੇ ਲਵਾਂਗੇ ਉਹਦੇ ਕੋਲ। ਕਿੱਡੀ ਵੱਡੀ ਕੁਰਬਾਨੀ ਉਹਦੀ ਹੈਗੀ ਦਾਤਾ ਦੀ। ਖੰਨੀ ਰੋਟੀ ਨਾਲ ਗੁਜ਼ਾਰਾ ਕਰਨ ਵਾਲੀਆਂ ਹੈਗੀਆਂ ਨੇ, ਹੈਗੀਆਂ। ਜੀ ਚਲੋ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮਿੰਟ 6 ਨੇ, ਖਬਰਾਂ ਬੜੀਆਂ ਵੱਡੀਆਂ ਨੇ, ਕਾਫੀ ਪਈਆਂ ਨੇ, ਔਰ ਜਥੇਦਾਰ ਸਾਹਿਬ ਦਾ ਬਿਆਨ ਜਿਹੜਾ ਹੈ ਆ ਤੇ ਆ ਗਿਆ। ਅੰਦੋਲਨ ਵਿੱਚ ਕੁਝ ਤਰ੍ਹਾਂ ਸਿੱਖ ਬਨਾਮ ਭਾਰਤ ਸਰਕਾਰ ਬਣਾਉਣਾ ਚਾਹੁੰਦੀਆਂ ਸਨ, ਉਹ ਤੁਹਾਡੇ ਧੁਰੇ ਤੇ ਵਾਰ ਹੋ ਗਿਆ, ਤੁਹਾਨੂੰ ਉਹ ਦਿਖਾਈ ਨਹੀਂ ਦਿੱਤਾ। ਪਰ ਰਹਿਣਾ ਤੁਸੀਂ ਬੇਬੀ ਜਥੇਦਾਰ ਹੀ ਆ, ਹਨਾ। ਜਦੋਂ ਤੁਹਾਨੂੰ ਉੱਤੋਂ ਹੁਕਮ ਹੋਊਗਾ, ਤੁਹਾਡੀ ਸੁਰਾਂ ਨਹੀਂ ਪੂਰੀਆਂ ਰਲਣਗੀਆਂ, ਅਜੇ 9 ਮਾਸ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ, ਵੱਡੇ ਭਰਾ ਦਾ ਰਿਸ਼ਤਾ, ਹੁਣ ਪਤਾ ਨਹੀਂ ਕਿਹੜਾ ਰਿਸ਼ਤਾ ਅਗਲੇ ਰੋਜ਼ ਦੇ ਨਾ ਬਣਿਆ, ਉਦੋਂ ਤੁਹਾਡਾ ਬਿਆਨ ਹੋਣਾ ਜਥੇਦਾਰ ਸਾਹਿਬ। ਤੇ ਵੇਖਿਓ ਫਿਰ ਤੁਹਾਡਾ ਸ਼ਬਦਾਂ ਦੇ ਨਾਲ ਹਾਲ ਚਾਲ ਕੀ ਹੁੰਦਾ ਇੱਥੇ, ਜੇ ਤੁਸੀਂ ਬਾਅਦ 'ਚ ਬਿਆਨ ਦਿੱਤਾ ਤੇ ਅੱਜ ਨਹੀਂ ਦਿੱਤਾ, ਤੇ ਵੇਖਿਓ ਫਿਰ ਤੁਹਾਨੂੰ ਬਿਆਨ ਦੀ ਤੁਹਾਡੀ ਪ੍ਰੋੜਤਾ ਕਿੱਦਾਂ ਦੁਨੀਆ ਭਰ ਦੀ ਦਿੱਤੀ। ਖੈਰ ਨਹੀਂ ਵੇ, ਬੀਬੀ ਜਗੀਰ ਕੌਰ ਨੇ ਕੰਗਣਾ ਰਣੌਤ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ, ਉਹ ਤਾਂ ਹੋ ਹੀ ਜਾਣੀ ਹੈ। ਤੁਹਾਨੂੰ ਆ ਜਿਹੜੀ ਤੁਹਾਡੇ ਧੁਰੇ ਤੇ ਵਾਰ ਹੋਈ ਹੈ, ਇਹ ਦਿਖਾਈ ਨਹੀਂ ਦਿੱਤਾ, ਇਹ ਪੂਰੀ ਸਪੀਚ ਨਹੀਂ ਦਿਖਾਈ ਦਿੱਤੀ ਇਹਨਾਂ ਨੂੰ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਜਥੇਦਾਰ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੀ ਕਨਵਰਸ਼ਨ ਹੋ ਰਹੀ ਹੈ ਸਾਡੇ ਬਾਰਡਰ ਏਰੀਏ ਦੇ ਸਿੱਖਾਂ ਨੂੰ ਲਾਲਚ ਦੇ ਕੇ ਜਿਹੜਾ ਵਾ ਅਸਾਈ ਬਣਾਇਆ ਗਿਆ, ਉਹਦਾ ਨੋਟਿਸ ਬਕਾਇਦਾ ਤੌਰ ਤੇ ਆਲ ਇੰਡੀਆ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰ ਲਿਆ, ਤੇ ਉਹਨੇ ਬਕਾਇਦਾ ਤੌਰ ਤੇ ਪੱਤਰ ਲਿਖਿਆ SGPC ਨੂੰ ਕਿ ਤੁਹਾਨੂੰ ਦੱਸੋ ਕਿੱਥੇ ਕੀਤਾ ਜਾ ਰਿਹਾ ਸੀ ਐਕਸ਼ਨ ਲਈ ਉਹਦੇ ਖਿਲਾਫ। ਤੇ ਬੀਬੀ ਜਗੀਰ ਕੌਰ ਨੇ ਕੋਈ ਕਹਿਤਾ ਜੀ ਇਹੋ ਜਿਹੀ ਗੱਲ ਹੋਈ ਕੋਈ ਕਨਵਰਸ਼ਨ ਨਹੀਂ ਹੋਈ। ਹੁਣ ਜਥੇਦਾਰ ਦੀ ਮੰਨੀ ਕਿ ਬੀਬੀ ਦੀ ਮੰਨੀ? ਬਸ। ਇਸ ਕਰਕੇ ਪਹਿਲਾਂ ਤੇ ਤੁਸੀਂ ਆਪਣੇ ਬਿਆਨ ਆਪ ਜੋੜ ਲਿਆ ਕਰੋ ਕਿ ਜੋ ਤੁਸੀਂ ਕਹਿ ਰਹੇ ਹੋ ਠੀਕ ਕਹਿ ਰਹੇ ਤੇ ਗਲਤ ਕਹਿ ਰਹੇ। ਤੁਹਾਡੀ ਆਪਸੀ ਬਣੇ ਨਾ ਬਣੇ, ਲੇਕਿਨ ਕੌਮ ਦੇ ਸਾਹਮਣੇ ਤਮਾਸ਼ਾ ਦਾ ਬਣਿਆ ਕਰੋ। ਬਸ ਬੀਬੀ ਜੀ, ਤੁਹਾਡਾ ਆਪਣਾ ਮੁਲਾਜ਼ਮ ਜਿਹਨੇ ਆਪਣੇ ਘਰ ਦੇ ਵਿੱਚੋਂ ਬੋਰੀ ਦੇ ਵਿੱਚ ਪੋਥੀਆਂ ਪਾ ਕੇ ਤੇ ਗੁਟਕੇ ਪਾ ਕੇ ਕੂੜੇ ਵਾਲੇ ਨੂੰ ਫੜਾਤੇ ਸੀ ਲੈ ਜਾ ਕੋਟ ਖਾਲਸਾ। ਇਸ ਕਰਕੇ ਉਹਦੀ ਉਹ ਕਨਵਰਸ਼ਨ ਨਹੀਂ ਸੀਗਾ, ਹੋਰ ਕੀ ਸੀਗਾ। ਬਸ ਹੁਣ ਉਹ ਜਥੇਦਾਰ ਸਾਨੂੰ ਪੁੱਛਦੇ ਹੁੰਦੇ, ਜਥੇਦਾਰ ਸਿੰਘ ਤੁਸੀਂ ਜਵਾਬ ਦਿਓ ਸਾਨੂੰ ਪੁੱਛਦੇ। ਹੁਣ ਜਥੇਦਾਰ ਸਭ ਕਹਿ ਦੇਣਗੇ ਚਿੱਠੀ ਲਿਖਤੀ ਹੈ ਜੀ ਅਸੀਂ SGPC ਦੀ ਧਰਮ ਪ੍ਰਚਾਰ ਕਮੇਟੀ ਨੂੰ, ਉਹ ਜਵਾਬ ਦੇਵੇਗੀ। ਤਾਂ ਕਿਸੇ ਜਵਾਬ ਦੇਣਾ ਤਾਂ ਮੈਂ ਕਿਸ ਜਵਾਬ ਆਉਣਾ। ਬੀਬੀ ਜੀ ਕੀ ਕਰੋ ਠੀਕ ਕੀਤਾ, ਹਮੇ ਬਿਆਨ ਹੀ ਦਿੱਤਾ, ਇੰਨੀ ਗੱਲ ਕਹੀ ਵੀ ਕੰਗਣਾ ਰਣੌਤ ਜੋ ਜ਼ਹਿਰ ਜਾਣਬੁੱਝ ਕੇ ਭਰ ਰਹੀ ਹੈ ਨਾ, ਜੋ ਜ਼ਹਿਰ ਭਰੀਆਂ ਪੋਸਟਾਂ ਪਾ ਰਹੀ ਹੈ,
ਇਹ ਸਮਾਜ ਦੇ ਵਿਰੁੱਧ ਕੰਮ ਕਰ ਰਹੀ ਹੂੰ ਇਹ ਕਾਨੂੰਨ ਵਾਪਸ ਲੈਣ ਦੀ ਵੀ ਨਿੰਦਾ ਕੀਤੀ ਬਕਾਇਆ ਤੌਰ ਤੇ ਇਹਨੇ। ਇਹ ਵੀ ਗਲਤ ਆ। ਸਿੱਖਾਂ ਨੂੰ ਅੱਤਵਾਦੀ ਦੱਸ ਰਹੀ ਹੈ, ਕਿਸਾਨਾਂ ਨੂੰ ਜਹਾਦੀ ਦੱਸ ਰਹੀ ਹੈ। ਬਕਾਇਦਾ ਤੌਰ ਤੇ 1984 ਦਾ ਜਿਹੜਾ ਇੰਦਰਾ ਗਾਂਧੀ ਦਾ ਅਟੈਕ ਉਹਨੂੰ ਜਾਇਜ਼ ਦੱਸ ਰਹੀ ਹੈ। ਅਸੀਂ ਲਿਖਿਤ ਵੀ ਕਰ ਰਹੇ ਸੀ ਜਾਇਜ਼ ਦੱਸ ਰਹੀ ਹੈ। ਇਸੇ ਕਰਕੇ ਇਹਦੇ ਖਿਲਾਫ ਤੁਰੰਤ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਜਾਵੇ। ਨਹੀਂ ਬੀਬੀ ਦਾ ਬਿਆਨ ਦੇ ਦਿੱਤਾ ਤੇ ਬੀਬੀ ਜਾ ਕੇ ਮੋਰਚਾ ਲਾ ਬਹਿ ਉੱਥੇ ਬਹਿ ਜਾ ਦੱਸਣ ਲੱਗਾ ਨਾ ਜੀ, ਹਾਂ ਦੱਸਣ ਲੱਗਾ ਬੀਬੀ ਦਾ ਬਿਆਨ ਦੇ ਦਿੱਤਾ। ਹੁਣ ਬਿਆਨ ਦਾ ਰਿਐਕਸ਼ਨ ਇਹ ਹੋਇਆ ਕਿ ਫਟਾਫਟ ਸੱਤਾ ਸਾਹਮਣੇ ਜਹਾਜ਼ ਫੜਿਆ ਦਿੱਲੀ ਪਹੁੰਚ ਗਈ। ਬਸ ਦਿੱਲੀ ਜਾ ਕੇ ਦਰਖਾਸਤ ਦਿੱਤੀ ਥਾਣੇ, ਪਰਚਾ ਦਰਜ ਕਰੋ ਜੀ। ਡੀਐਸਪੀ ਕਹਿੰਦਾ ਜੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਸੰਦੀਪ ਸਾਹਿਲ ਡੀਐਸਪੀ ਕਹਿੰਦਾ ਜੀ ਇਨਵੈਸਟੀਗੇਟ ਕਰ ਰਹੇ ਹਾਂ, ਇਹ ਕਹਾਣੀ ਹੈ ਕੀ ਨਹੀਂ ਕਿੰਨੇ ਪਰਚਾ ਦਰਜ ਕਰਨਾ। ਜਿਹਨੂੰ 2 ਅਵਾਰਡ ਮਿਲੇ, ਇੱਕ ਨੈਸ਼ਨਲ ਅਵਾਰਡ ਮਿਲਿਆ ਤੇ ਪਦਮ ਸ਼੍ਰੀ ਮਿਲਿਆ ਹੋਵੇ, ਜਿਹਨੂੰ ਅਵਾਰਡ ਮਿਲੇ ਇਹ ਗੱਲਾਂ ਕਰਨ ਕਰਕੇ ਤੇ ਉਹਦੇ ਖਿਲਾਫ ਪਰਚਾ ਕਿਹਨੇ ਦਰਜ ਕਰਨਾ ਜੀ। ਨਹੀਂ ਪਰਚੇ ਹੋ ਜਾਂਦੇ ਆ, ਦਿੱਲੀ ਵਾਲੇ ਭਲਵਾਨ ਦੇ ਹਰਿਆਣੇ ਵਾਲੇ ਭਲਵਾਨ ਤੇ ਵੀ ਹੋਇਆ, ਹੋ ਜਾਂਦੇ ਪਰਚੇ ਦਰਜ ਬੜਿਆਂ ਤੇ। ਚਲੋ ਦੇਖੋ ਹੁਣ ਦੇਖਦੇ ਸਮਾਂ ਦੱਸੋ। ਇਕੱਲੇ ਬਿਆਨਬਾਜ਼ੀਆਂ ਤੱਕ ਨਾ ਰਹਿਣ ਤੇ ਜਾ ਕੇ ਮੋਰਚਾ ਲਾ ਕੇ ਬਹਿ ਜਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਪ੍ਰਧਾਨ ਆ, ਉੱਥੇ ਜਾ ਕੇ ਬਹਿ ਮੋਰਚਾ ਲਾ ਕੇ, ਜਿੰਨਾ ਚਿਰ ਨਹੀਂ ਕਰਦੇ ਨਹੀਂ ਉੱਠਦੀ ਮੈਂ। ਤੁਹਾਨੂੰ ਪਤਾ ਪ੍ਰਧਾਨੀ ਦਫ਼ਤਰ ਜਾਂਦੇ ਹੁੰਦੇ ਆ, ਬਸ ਟੂਟੀਆਂ ਵਜਣੇ ਜਾਂਦੇ ਆ। ਬਸ ਟੂਟੀਆਂ ਹਾਥੀ ਚਾਹੀਦਾ ਇਹਨੂੰ ਤੇ ਲੈ ਕੇ ਜਾਣ ਬਿਠਾ ਕੇ। ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਥੈਂਕ ਯੂ। ਫਿਰ ਮਿਲਦੇ, ਰੱਬ ਰਾਖਾ। ਇਹ ਸਨ ਸਰਦਾਰ ਜਸਵੀਰ ਸਿੰਘ ਜੀ ਪੱਟੀ। ਮੈਂ ਤੁਹਾਡੀ ਸੇਵਾ ਦੇ ਵਿੱਚ ਤੁਹਾਡਾ ਦੋਸਤ ਅਤੇ ਹੋਸਟ ਦਿਲਬਾਗ ਸਿੰਘ ਚਾਵਲਾ। ਗੁੱਡ ਮਾਰਨਿੰਗ ਸ਼ੋ ਸਵੇਰੇ 9 ਵਜੇ ਫੇਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਭਲਾ ਚੁੱਕਾ ਦੀ ਮਾਫੀ ਦਿਓ। ਆ ਗਿਆ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।